ਸਾਧ ਸੰਗਤ ਜੀਓ, ਅੱਜ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚੋਂ ਅਸ਼ਟਪਦੀ ਨੰਬਰ 11, ਉਸ ਦਾ ਬੰਦ ਨੰਬਰ 6, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 277 ਤੇ ਦਰਜ ਹੈ, ਇਸ ਬੰਦ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ। ਪਿਛਲਾ ਜੋ ਆਪਾਂ ਬੰਦ ਨੰਬਰ 5 ਸਮਝਿਆ ਸੀ, ਉਸ ਵਿੱਚ ਜਿਹੜੀਆਂ ਅਖੀਰਲੀਆਂ 2 ਪੰਕਤੀਆਂ ਸਨ, ਉਹ ਇਸ ਤਰ੍ਹਾਂ ਸਨ ਕਿ ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਨਹਾਰ। ਯਾਨੀ ਇਸ ਜੀਵ ਦੀ ਗੱਲ ਕਰਦੇ ਨੇ ਪਏ ਗੁਰੂ ਅਰਜਨ ਦੇਵ ਮਹਾਰਾਜ ਜੀ, ਕਿਉਂਕਿ ਸ਼ਲੋਕ ਵਿੱਚ ਸਾਨੂੰ ਦੱਸਿਆ ਹੈ ਕਿ ਪ੍ਰਮਾਤਮਾ ਇਸ ਪੂਰੇ ਰਚਨਾ ਦੇ ਅੰਦਰ ਕਣ ਕਣ ਵਿੱਚ ਵਸਿਆ ਹੋਇਆ ਜਾਂ ਸਮਾਇਆ ਹੋਇਆ ਹੈ, ਤੇ ਉਹ ਆਪ ਹੀ ਹਰ ਚੀਜ਼ ਕਰਨ ਦੀ ਸਮਰੱਥਾ ਰੱਖਦਾ ਹੈ, ਉਹਦੇ ਜਿਹਾ ਕੋਈ ਹੋਰ ਨਹੀਂ। ਸੋ ਇਸ ਲਈ ਜਿੱਥੇ ਉਹਨਾਂ ਨੇ ਖੰਡਾਂ ਬ੍ਰਹਿਮੰਡਾਂ ਦੀ ਗੱਲ ਗੁਰਬਾਣੀ 'ਚ ਕੀਤੀ, ਉੱਥੇ ਇਸ ਮਨੁੱਖੀ ਸਰੀਰ ਬਾਰੇ, ਮਨੁੱਖੀ ਜਾਮੇ ਬਾਰੇ ਵੀ ਬਹੁਤ ਗੱਲ ਕੀਤੀ ਹੈ, ਤੇ ਅੱਜ ਵੀ ਸਾਨੂੰ ਉਹਦੇ ਬਾਰੇ ਸਮਝਾਉਂਦੇ ਨੇ ਕਿ ਜਿਵੇਂ ਬੰਦ ਨੰਬਰ 5 ਵਿੱਚ ਆਖਿਆ ਸੀ ਕਿ ਕਦੀ ਇਹ ਮਨੁੱਖ ਜਿਹੜਾ ਹੈ ਇਹ ਬ੍ਰਹਮ ਦੀ ਵਿਚਾਰ ਵਾਲਾ ਬਣ ਜਾਂਦਾ, ਯਾਨੀ ਉਸ ਨੂੰ ਜਾਣਨ ਵਾਲਾ ਬਣ ਜਾਂਦਾ ਹੈ, ਸਮਝਣ ਵਾਲਾ ਬਣ ਜਾਂਦਾ ਹੈ। ਲੇਕਿਨ ਗੁਰੂ ਜੀ ਨੇ ਆਖਿਆ ਸੀ ਕਿ ਪਰਮਾਤਮਾ ਆਪ ਹੀ ਇਸ ਜੀਵ ਨੂੰ, ਇਸ ਮਨੁੱਖ ਨੂੰ ਆਪਣੇ ਨਾਲ ਮਿਲਾਉਣਹਾਰ ਹੈ, ਯਾਨੀ ਮਿਲਾਉਣ ਜੋਗਾ ਹੈ। ਸੋ ਬੰਦ ਨੰਬਰ 6 ਤੋਂ ਸ਼ੁਰੂ ਕੀਤਾ ਗੁਰੂ ਜੀ ਨੇ, ਕਬਹੂ ਨਿਰਤ ਕਰੈ ਬਹੁ ਭਾਂਤ, ਕਬਹੂ ਸੋਏ ਰਹੈ ਦਿਨ ਰਾਤ। ਹੁਣ ਜੇ ਤੇ ਇਹਦੇ ਅੱਖਰੀ ਅਰਥ ਹੀ ਕਰਨੇ ਹੋਣ ਤੇ ਬੜੇ ਸਿੱਧੇ ਜਿਹੇ ਨੇ ਤੇ ਬੜੇ ਸਪਸ਼ਟ ਨੇ ਕਿ ਇਹ ਜੀਵ, ਇਹ ਮਨੁੱਖ ਕਦੇ ਬਹੁਤ ਤਰੀਕਿਆਂ ਨਾਲ, ਨਿਰਤ ਦਾ ਮਤਲਬ ਤੁਸੀਂ ਸਮਝਦੇ ਹੋ ਨਾਚ ਕਰਨਾ, ਨੱਚਣਾ, ਕਦੀ ਇਹ ਮਨੁੱਖ ਬਹੁਤ ਤਰੀਕਿਆਂ ਨਾਲ ਨੱਚਦਾ ਹੈ। ਕਬਹੂ ਸੋਏ ਰਹੈ ਦਿਨ ਰਾਤ, ਅਤੇ ਕਦੇ ਰਾਤ ਦਿਨੇ ਇਹ ਬੰਦਾ ਸੁੱਤਾ ਹੀ ਰਹਿੰਦਾ ਹੈ। ਸੋ ਹੁਣ ਜਦੋਂ ਆਪਾਂ ਇਹਦੀ ਗਹਿਰਾਈ ਵਿੱਚ ਜਾਵਾਂਗੇ ਤੇ ਸਮਝਾਂਗੇ ਕਿ ਮਨੁੱਖ ਕਿਵੇਂ ਨੱਚਦਾ ਹੈ, ਇਹ ਮਨੁੱਖ ਦਿਨੇ ਰਾਤ ਕਿਵੇਂ ਸੁੱਤਾ ਰਹਿੰਦਾ ਹੈ ਨਾ। ਇਹ ਗੱਲ ਸਮਝਣ ਵਾਲੀ ਹੈ। ਇਸ ਗੱਲ ਨੂੰ ਸਮਝਣ ਤੋਂ ਬਿਨਾਂ ਸ਼ਾਇਦ ਸਾਡਾ ਇਹ ਸਾਰਾ ਜਿੰਨਾ ਵੀ ਅਸੀਂ ਕੋਸ਼ਿਸ਼ ਕਰਨੇ ਆ ਪਏ, ਉਹ ਅਧੂਰੀ ਹੋਏਗੀ। ਹੁਣ ਜੇ ਤੇ ਅਸੀਂ ਨੱਚਣ ਦੀ ਗੱਲ ਕਰਨੀ ਹੋਵੇ ਤੇ ਸਿਰਫ ਨੱਚਦਾ ਹੈ ਬੰਦਾ ਜਦੋਂ ਕਦੀ ਉਹ ਹੱਥ ਉੱਤੇ ਨੂੰ ਪਸਾਰਦਾ ਹੈ, ਕਦੀ ਪੈਰ ਪਸਾਰਦਾ ਹੈ, ਕਦੀ ਜ਼ਮੀਨ ਵੱਲ ਨੂੰ ਸਿਰ ਲਿਜਾਂਦਾ ਹੈ, ਕਦੀ ਆਕਾਸ਼ ਵੱਲ ਨੂੰ ਲਿਜਾਂਦਾ ਹੈ, ਕਦੀ ਉਹ ਆਪਣੇ ਚਿਹਰੇ ਦੇ ਹਾਵ ਭਾਵ ਵਿਖਾਉਂਦਾ। ਨੱਚਣ ਦੇ ਤੇ ਇਹੋ ਹੀ ਅਰਥ ਹੋ ਸਕਦੇ ਨੇ, ਪਰ ਅਸਲ ਵਿੱਚ ਇੱਥੇ ਗੁਰੂ ਜੀ ਨੇ ਨਾ ਇਹੋ ਜਿਹੇ ਨਾਚ ਦੀ ਗੱਲ ਹੀ ਨਹੀਂ ਕੀਤੀ। ਸੋ ਇੱਥੇ ਨਾਚ ਕਿਹੜੇ ਦੀ ਗੱਲ ਕੀਤੀ? ਜਿਹੜੇ ਅਸੀਂ ਮਾਇਆ ਦੇ ਹੱਥਾਂ ਵਿੱਚ ਨੱਚ ਰਹੇ ਹਾਂ, ਉਸ ਦੀ ਗੱਲ ਕੀਤੀ ਹੈ। ਹੁਣ ਇਸ ਗੱਲ ਨੂੰ ਸਮਝਣ ਲਈ ਕਿ ਮੈਂ ਇਹ ਕਿਵੇਂ ਕਹਿ ਦਿੱਤਾ ਹੈ ਕਿ ਇਹ ਜੀਵ ਮਾਇਆ ਦੇ ਹੱਥਾਂ ਵਿੱਚ ਨੱਚ ਰਿਹਾ ਹੈ, ਇਸ ਗੱਲ ਨੂੰ ਸਮਝਣ ਲਈ ਸਾਨੂੰ ਗੁਰਬਾਣੀ ਹੀ ਸਮਝਾ ਰਹੀ ਹੈ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਇਹ ਮਿੱਟੀ ਦਾ ਪੁਤਲਾ ਇਨਸਾਨ ਵੇਖੋ ਕਿਵੇਂ ਨੱਚਦਾ ਹੈ। ਅੱਗੇ ਦੱਸਿਆ, ਦੇਖੈ ਦੇਖੈ ਸੁਣੈ ਬੋਲੇ ਦੌੜਿਓ ਫਿਰਤ ਹੈ। ਇਹ ਅਗਲੀ ਵੇਖੋ, ਮਾਇਆ ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਸੋ ਇੱਥੇ ਗੱਲ ਹੋ ਰਹੀ ਹੈ ਮਾਇਆ ਦੀ, ਮਾਇਆ ਗਈ ਤਬ ਰੋਵਨ ਲਗਤ ਹੈ। ਸੋ ਇਹ ਬੰਦਾ ਮਾਇਆ ਦੇ ਹੱਥਾਂ ਵਿੱਚ ਨੱਚ ਰਿਹਾ ਹੈ, ਮਾਇਆ ਨੂੰ ਹੀ ਵੇਖਦਾ ਹੈ, ਮਾਇਆ ਨੂੰ ਹੀ ਸੁਣਦਾ ਹੈ, ਮਾਇਆ ਵਾਸਤੇ ਹੀ ਇਹ ਦੌੜਿਆ ਭੱਜਿਆ ਫਿਰਦਾ, ਰਾਤ ਦਿਨ ਇਹਨੇ ਇੱਕ ਕੀਤਾ ਹੋਇਆ ਹੈ। ਤੇ ਜਦੋਂ ਇਹਨੂੰ ਮਾਇਆ ਪ੍ਰਾਪਤ ਹੁੰਦੀ ਏ ਤਬ ਗਰਭ ਕਰਤ ਹੈ,
ਉਦੋਂ ਇਹ ਬੰਦਾ ਹੰਕਾਰ ਵਿੱਚ ਆ ਜਾਂਦਾ ਹੈ, ਗਰਭ ਕਰਦਾ ਹੈ ਕਿ ਮੇਰੇ ਜਿਹਾ ਕੋਈ ਦੁਨੀਆ ਵਿੱਚ ਹੋਰ ਕੋਈ ਹੈ ਹੀ ਨਹੀਂ। ਵੇਖੋ, ਮੈਂ ਆਪਣੀ ਸਿਆਣਪ ਨਾਲ, ਆਪਣੀ ਚਤੁਰਾਈ ਜਾਂ ਚਲਾਕੀ ਦੇ ਨਾਲ ਇੰਨੀ ਮਾਇਆ ਇਕੱਠੀ ਕਰ ਲਈ, ਮੈਂ ਉਹ ਕੁਝ ਬਣਾ ਲਿਆ, ਮੈਂ ਆਹ ਕੁਝ ਬਣਾ ਲਿਆ। ਉਦੋਂ ਇਹ ਬੰਦਾ ਹੰਕਾਰ ਕਰਦਾ ਹੈ। ਤੇ ਜੇ ਕਿਤੇ ਹੱਥੋਂ ਮਾਇਆ ਨਿਕਲ ਜਾਏ, ਚਲੀ ਜਾਏ, ਮਾਇਆ ਗਈ, ਤਬ ਰੋਵਣ ਲਗਤ ਹੈ। ਫਿਰ ਇਹ ਉੱਚੀ ਉੱਚੀ ਰੋਂਦਾ ਹੈ, ਉੱਚੀ ਉੱਚੀ ਤਾਹਾਂ ਮਾਰਦਾ ਕਿ ਇਹ ਕੀ ਹੋਇਆ, ਮੈਂ ਤੇ ਬੜੀ ਮੁਸ਼ਕਲ ਨਾਲ ਇਹ ਜੋੜੀ ਸੀ ਤੇ ਮੇਰੇ ਹੱਥੋਂ ਕਿਉਂ ਨਿਕਲ ਗਈ। ਔਰ ਮੈਂ ਆਪਣੀ ਜ਼ਿੰਦਗੀ ਵਿੱਚ ਬੜੇ ਸਿਆਣੇ ਸਿਆਣੇ ਬੰਦੇ ਰੋਂਦੇ ਹੋਏ ਵੇਖੇ ਨੇ। ਕੋਈ 10-12 ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਨਾ ਸ਼ੇਅਰ ਮਾਰਕੀਟ ਇੱਕ ਵਾਰੀ ਥੱਲੇ ਡਿੱਗ ਪਈ ਸੀ, ਤੇ ਉਦੋਂ ਮੈਨੂੰ 3 ਕੁ ਬੰਦਿਆਂ ਦਾ ਚੇਤਾ ਆਉਂਦਾ ਹੈ ਜਿਹੜੇ ਉੱਚੀ ਉੱਚੀ, ਜਿਨ੍ਹਾਂ ਨੂੰ ਮੈਂ ਰੋਂਦਿਆਂ ਵੇਖਿਆ ਸੀ ਕਿ ਅਸੀਂ ਤੇ ਆਪਣਾ ਸਾਰਾ ਕੁਝ ਗਵਾ ਬੈਠੇ ਹਾਂ। ਸੋ ਮਾਇਆ ਗਈ ਤਬ ਰੋਵਣ ਲਗਤ ਹੈ। ਸੋ ਇੱਥੇ ਗੱਲ ਹੋ ਰਹੀ ਹੈ, ਮਾਇਆ ਦੀ ਕਬਹੂ ਨਿਰਤ ਕਰੈ ਬਹੁ ਭਾਂਤ। ਇਹ ਮਾਇਆ ਦੇ ਹੱਥਾਂ ਵਿੱਚ ਨੱਚਦਾ ਹੈ। ਇਹਨੂੰ ਮਾਇਆ ਮਿਲਣੀ ਚਾਹੀਦੀ ਹੈ, ਇਹ ਕੁਝ ਵੀ ਕੰਮ ਕਰਨ ਲਈ ਤਿਆਰ ਹੈ। ਮਾਇਆ ਲਈ ਲੋਕ ਸਰੀਰ ਤੱਕ ਵੇਚਦੇ ਨੇ, ਮਾਇਆ ਲਈ ਲੋਕ ਗੁਲਾਮੀਆਂ ਕਰਦੇ ਨੇ, ਮਾਇਆ ਦੀ ਪ੍ਰਾਪਤੀ ਲਈ ਕਿਹੜੇ ਕਿਹੜੇ ਜ਼ਫਰ ਨਹੀਂ ਲੋਕ ਜਾਲਦੇ। ਸੋ ਇਹ ਗੱਲ ਕੀਤੀ ਇੱਥੇ ਕਿ ਕਬਹੂ ਨਿਰਤ ਕਰੈ ਬਹੁ ਭਾਂਤ। ਇਹ ਮਨੁੱਖ, ਇਹ ਜੀਵ ਕਦੇ ਮਾਇਆ ਦੇ ਹੱਥਾਂ ਵਿੱਚ ਬਹੁਤ ਤਰੀਕਿਆਂ ਨਾਲ ਨੱਚਦਾ ਹੈ। ਮਾਇਆ ਜਿੱਧਰ ਨੂੰ ਇਹਨੂੰ ਲਿਜਾਂਦੀ, ਉਧਰ ਨੂੰ ਇਹ ਦੌੜ ਕੇ ਚਲਾ ਜਾਂਦਾ ਹੈ। ਫਿਰ ਅੱਗੇ ਬੋਲਿਆ, ਕਬਹੂ ਸੋਏ ਰਹਿ ਦਿਨ ਰਾਤ। ਕਦੀ ਇਹ ਮਨੁੱਖ ਦਿਨੇ ਰਾਤ ਸੁੱਤਾ ਰਹਿੰਦਾ ਹੈ। ਹੁਣ ਅਸੀਂ ਜੇ ਸਵਾਲ ਕਰੀਏ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿ ਸਤਿਗੁਰੂ ਜੀ, ਇਹ ਮਨੁੱਖ ਸੌਂਦਾ ਕਿਵੇਂ ਆ ਰਾਤ ਦਿਨੇ? ਵੀ ਆਪਾਂ ਆਪ ਵੀ ਸੋਚ ਸਕਦੇ ਹਾਂ ਵੀ ਦਿਨੇ ਰਾਤ ਸੁੱਤਾ ਨਹੀਂ ਜਾ ਸਕਦਾ। ਅਸੀਂ ਵੱਧ ਤੋਂ ਵੱਧ 6, 8, 10 ਘੰਟੇ ਸੌਂ ਸਕਦੇ ਹਾਂ। ਉਸ ਤੋਂ ਬਾਅਦ ਤੇ ਸਰੀਰ ਦੇ ਪਾਸੇ ਪੀੜ ਕਰਨ ਲੱਗ ਪੈਂਦੇ ਨੇ, ਨਹੀਂ ਸੁੱਤਾ ਜਾਂਦਾ। ਪਰ ਇੱਥੇ ਹੈ ਕਿ ਕਬਹੂ ਸੋਏ ਰਹਿ ਦਿਨ ਰਾਤ, ਇਹ 24 ਘੰਟੇ ਸੁੱਤਾ ਹੀ ਰਹਿੰਦਾ। ਹੁਣ ਇਹ ਵੀ ਗੱਲ ਆਪਾਂ ਗੁਰਬਾਣੀ ਵਿੱਚੋਂ ਹੀ ਸਮਝ ਸਕਦੇ ਹਾਂ ਵੀ ਕਿਵੇਂ ਸੁੱਤਾ ਰਹਿੰਦਾ 24 ਘੰਟੇ ਬੰਦਾ। ਹੁਣ ਗੁਰੂ ਜੀ ਨੇ ਬਾਣੀ ਵਿੱਚ ਸਾਨੂੰ ਇਹ ਗੱਲ ਸਮਝਾਈ ਏ ਕਿ ਜਿਹੜੀਆਂ ਸਾਡੀਆਂ ਅੱਖਾਂ ਨੇ, ਇਹ ਸੰਸਾਰ ਨੂੰ ਵੇਖਣ ਦੇ ਰੰਗ ਰੂਪ ਦੇ ਚਸਕੇ ਵਿੱਚ ਸੁੱਤੀਆਂ ਹੋਈਆਂ ਨੇ। ਸਾਡੇ ਜਿਹੜੇ ਕੰਨ ਨੇ, ਇਹ ਨਿੰਦਿਆ ਚੁਗਲੀ ਸੁਣਨ ਦੇ ਰਸਾਂ ਕਸਾਂ ਵਿੱਚ ਸੁੱਤੇ ਹੋਏ ਨੇ। ਮਨ ਸੋਇਆ ਮਾਇਆ ਬਿਸਮਾਦ। ਜਿਹੜਾ ਸਾਡਾ ਮਨ ਹੈ, ਇਹ ਮਾਇਆ ਦੀ ਵਿਸਮਾਦ ਅਵਸਥਾ ਵਿੱਚ ਚਲਾ ਗਿਆ ਹੋਇਆ। ਮਾਇਆ ਦੇ ਰੰਗ ਰੂਪ ਵੇਖ ਕੇ ਉਹਨਾਂ ਰੰਗਾਂ ਰੂਪਾਂ ਦੇ ਵਿੱਚ ਸੌਂ ਗਿਆ। ਸੋ ਇਸ ਤਰ੍ਹਾਂ ਸਾਨੂੰ ਗੁਰਬਾਣੀ ਵਿੱਚੋਂ ਹੀ ਸਮਝ ਆਉਂਦੀ ਹੈ ਕਿ ਕਬਹੂ ਸੋਏ ਰਹਿ ਦਿਨ ਰਾਤ। ਇਹ ਦਿਨੇ ਰਾਤ ਕਿਵੇਂ ਸੁੱਤਾ ਰਹਿ ਸਕਦਾ ਹੈ? ਬਸ ਇਸ ਤਰ੍ਹਾਂ ਹੀ ਸੁੱਤਾ ਰਹਿ ਸਕਦਾ ਜਿਸ ਨੂੰ ਅਸੀਂ ਗਫਲਤ ਦੀ ਨੀਂਦ ਆਖਦੇ ਹਾਂ, ਜਿਸ ਨੂੰ ਅਸੀਂ ਅਗਿਆਨਤਾ ਦੀ ਨੀਂਦ ਗੁਰਬਾਣੀ ਵਿੱਚ ਆਖਦੇ ਹਾਂ। ਮਨ ਸੋਇਆ ਮਾਇਆ ਬਿਸਮਾਦ। ਸੋ ਇਹ ਮਾਇਆ ਦੇ ਹੱਥਾਂ ਵਿੱਚ, ਉਹਦੇ ਪੰਘੂੜੇ ਵਿੱਚ ਮੰਨ ਲਓ ਪਿਆ ਹੋਇਆ, ਫਿਰ ਇਹ ਸੁੱਤਾ ਰਹਿੰਦਾ, ਫਿਰ ਇਹ ਜਾਗਦਾ ਨਹੀਂ। ਬਹੁਤ ਇਹਨੂੰ ਹਲੂਣੇ ਦਿੱਤੇ ਜਾਂਦੇ ਨੇ, ਭਾਈ ਉੱਠ, ਤੇਰੇ ਜੀਵਨ ਦਾ ਮਕਸਦ ਇਹ ਸੌਣਾ ਨਹੀਂ ਸੀ, ਯਾਨੀ ਮਾਇਆ ਦੇ ਹੱਥਾਂ ਵਿੱਚ ਖੇਡਣਾ ਤੇਰੇ ਜੀਵਨ ਦਾ ਮਕਸਦ ਨਹੀਂ ਸੀ। ਲੇਕਿਨ ਜਿਹੜਾ ਵੀ ਕੋਈ ਹਲੂਣਾ ਦਿੰਦਾ ਹੈ, ਆਪਾਂ ਨੂੰ ਉਹ ਬੁਰਾ ਲੱਗਦਾ ਹੈ। ਇਹ ਸੱਚਾਈ ਹੈ ਕਿ ਜਦੋਂ ਆਪਾਂ ਨੂੰ ਗਹਿਰੀ ਨੀਂਦ ਆਈ ਹੋਵੇ, ਡੂੰਘੀ ਨੀਂਦ ਵਿੱਚ ਸੁੱਤੇ ਹੋਈਏ, ਆਪਾਂ ਨੂੰ ਆਪਣੇ ਬਜ਼ੁਰਗ, ਆਪਣੇ ਵੱਡੇ ਭੈਣ ਭਰਾ ਆ ਕੇ ਉਠਾਉਣ ਵੀ ਉੱਠ ਬਈ ਕਾਕਾ, ਤੇਰਾ ਸਕੂਲ ਜਾਣ ਦਾ ਸਮਾਂ ਹੋਇਆ। ਸਾਨੂੰ ਉਹ ਚੰਗਾ ਤੇ ਨਹੀਂ ਲੱਗਦਾ ਉਠਾਉਂਦਾ ਹੋਇਆ। ਪਿਓ ਆ ਕੇ ਆਖੇ ਜੌਬ ਤੇ ਜਾਣ ਦਾ ਵਕਤ ਹੋ ਗਿਆ, ਵੀ ਤੂੰ ਅਜੇ ਵੀ ਸੁੱਤਾ ਹੈ, ਕਦੋਂ ਅੱਪੜਨਾ ਹੈ? ਪਿਓ ਚੰਗਾ ਨਹੀਂ ਲੱਗਦਾ ਉਸ ਵੇਲੇ। ਬਿਲਕੁਲ ਇਸੇ ਤਰ੍ਹਾਂ ਜਿਵੇਂ ਸਾਨੂੰ ਸਰੀਰਕ ਨੀਂਦ ਵਿੱਚ ਜਦੋਂ ਅਸੀਂ ਸੌਂਦੇ ਹਾਂ ਤੇ ਸੁੱਤਿਆਂ ਪਿਆਂ ਨੂੰ ਕੋਈ ਜਣਾ ਵੀ ਸਾਨੂੰ ਆ ਕੇ ਉਠਾਏ, ਸਾਨੂੰ ਉਹ ਚੰਗਾ ਨਹੀਂ ਲੱਗਦਾ। ਇਸੇ ਹੀ ਤਰ੍ਹਾਂ ਜਦੋਂ ਅਸੀਂ ਅਗਿਆਨਤਾ ਦੀ ਨੀਂਦ ਵਿੱਚ ਸੌਂਦੇ ਹਾਂ ਤੇ ਜੇ ਕੋਈ ਸਾਨੂੰ ਉਠਾਉਣਾ ਚਾਹੇ, ਗੁਰੂ ਨਾਨਕ ਵਰਗਾ ਆ ਕੇ, ਅਸੀਂ ਉਸ ਨੂੰ ਵੀ ਇੱਟਾਂ ਤੇ ਪੱਥਰ ਮਾਰਦੇ ਹਾਂ।
ਕਿ ਤੂੰ ਸਾਡੀ ਨੀਂਦ ਖਰਾਬ ਪਿਆ ਕਰਦਾ ਹੈ। ਇਹ ਗੱਲ ਅਸੀਂ ਸਮਝੀਏ ਕਿ ਸਾਨੂੰ ਗੁਰਬਾਣੀ ਹਲੂਣੇ ਦੇ ਦੇ ਕੇ ਉਠਾ ਰਹੀ ਹੈ, ਭਾਈ ਅਵਿਦਿਆ ਦੀ ਨੀਂਦ ਵਿੱਚੋਂ ਜਾਗੋ, ਅਗਿਆਨਤਾ ਦੀ ਨੀਂਦ ਵਿੱਚੋਂ ਸੁਚੇਤ ਹੋਵੋ। ਜੇ ਹੁਣ ਜਾਗ ਪਏ ਤੇ ਤੁਹਾਡਾ ਜੀਵਨ ਸਫਲ ਹੋਏਗਾ। ਜੇ ਸੁੱਤੇ ਰਹਿ ਗਏ ਤੇ ਫਿਰ ਭਾਈ ਸੁੱਤਿਆਂ ਹੀ ਸਾਰਾ ਜਨਮ ਬਤੀਤ ਹੋ ਜਾਏਗਾ, ਪੱਲੇ ਕੁਝ ਵੀ ਨਹੀਂ ਪੈਣ ਵਾਲਾ। ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਇ ਕੈ ਜਨਮ ਗਵਾਇਆ, ਚੋਰ ਮੁਸੇ ਘਰ ਜਾਈ। ਹੇ ਮੇਰੇ ਮਨਾ, ਤੈਨੂੰ ਗੁਰੂ ਦੀ ਪਵਿੱਤਰ ਬਾਣੀ ਹਲੂਣੇ ਦੇ ਦੇ ਕੇ ਉਠਾ ਰਹੀ ਏ। ਅਬ ਮਨ ਜਾਗਤ ਰਹੋ ਰੇ ਭਾਈ, ਹੁਣ ਤੂੰ ਸੁਚੇਤ ਹੋ, ਹੁਣ ਤੂੰ ਅਗਿਆਨਤਾ ਦੀ ਨੀਂਦ ਵਿੱਚ ਨਾ ਸੌਂ, ਹੁਣ ਤੂੰ ਮਾਇਆ ਦੇ ਹੱਥਾਂ ਵਿੱਚ ਨਾ ਖੇਡ। ਉੱਠ ਜਾਗ ਤੇ ਆਪਣੇ ਜੀਵਨ ਦੇ ਮਨੋਰਥ ਨੂੰ ਪੂਰਿਆਂ ਕਰ। ਤੇਰੇ ਜੀਵਨ ਦਾ ਲਕਸ਼ ਕੇਵਲ ਤੇ ਕੇਵਲ ਮਾਇਆ ਕਮਾਉਣਾ ਹੀ ਨਹੀਂ। ਮਾਇਆ ਤੇ ਸਿਰਫ ਸੀ ਜਿਹਨੂੰ ਅਸੀਂ ਆਨੇ ਆ ਗੁਜਰਾਨ। ਮਾਇਆ ਤੇ ਗੁਜਰਾਨ ਸੀ। ਮਾਇਆ ਦੇ ਨਾਲ ਤੇ ਅਸੀਂ ਸੁੱਖ ਲੈਣਾ ਸੀ। ਮਾਇਆ ਦੇ ਨਾਲ ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਹੂਲਤਾਂ ਪੈਦਾ ਕਰ ਲੈਣੀਆਂ ਸਨ, ਜਿਨ੍ਹਾਂ ਸਹੂਲਤਾਂ ਨੂੰ ਪਾ ਕੇ ਅਸੀਂ ਪ੍ਰਭੂ ਦੀ ਭਗਤੀ ਕਰ ਸਕਦੇ। ਅਸੀਂ ਆਰਾਮ ਨਾਲ ਘਰ ਬੈਠ ਕੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰ ਸਕਦੇ। ਮਾਇਆ ਤੇ ਇਸ ਲਈ ਰੱਬ ਜੀ ਨੇ ਸਾਡੇ ਲਈ ਬਣਾਈ ਸੀ। ਹੁਣ ਜਦੋਂ ਅਸੀਂ ਮਾਇਆ ਦੀ ਗੱਲ ਕਰਦੇ ਹਾਂ ਤੇ ਗੁਰੂ ਤੀਜੇ ਪਾਤਸ਼ਾਹ ਨੇ ਨਾ ਇੱਕ ਸਵਾਲ ਕੀਤਾ ਹੋਇਆ ਹੈ, ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ। ਵੇਖੋ ਦੋ ਸਵਾਲ ਨੇ ਵੀ ਮਾਇਆ ਕਿਸ ਨੂੰ ਆਖਿਆ ਜਾਂਦਾ ਹੈ ਤੇ ਮਾਇਆ ਕਿਹੋ ਜਿਹੇ ਕਰਮ ਕਮਾਉਂਦੀ ਹੈ ਜੀਵ ਕੋਲੋਂ, ਜੀਵ ਨੂੰ ਕਿਹੋ ਜਿਹੇ ਪਾਸੇ ਲਾ ਛੱਡਦੀ ਹੈ ਮਾਇਆ। ਉਹਦੇ ਜਵਾਬ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਹੈ, ਦੁੱਖ ਸੁੱਖ ਇਹ ਜੀਉ ਬੱਧ ਹੈ, ਹਉਮੈ ਕਰਮ ਕਮਾਏ। ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਨੇ ਕਿ ਮਨੁੱਖ ਸਾਰੀ ਜ਼ਿੰਦਗੀ ਕੀ ਕਰਦਾ ਹੈ, ਦੁੱਖਾਂ ਦੀ ਨਿਵਰਤੀ ਲਈ ਯਤਨਸ਼ੀਲ ਰਹਿੰਦਾ ਹੈ। ਇਹਨੂੰ ਜੋ ਵੀ ਕਰਨਾ ਪਏ ਕਰਨ ਨੂੰ ਤਿਆਰ ਹੈ। ਤੁਸੀਂ ਆਖੋ ਕਿਸੇ ਬਾਬੇ ਦੇ ਡੇਰੇ ਤੇ ਜਾ ਕੇ ਉਹਦੇ ਚਰਨ ਘੁੱਟ, ਉਹ ਵੀ ਘੁੱਟਣ ਨੂੰ ਤਿਆਰ ਹੈ। ਇਹਨੂੰ ਆਖੋ ਵੀ ਕਿਸੇ ਮੜੀ ਮਸਾਣੀ ਤੇ ਜਾ ਕੇ ਮੱਥੇ ਟੇਕ, ਉੱਥੇ ਵੀ ਜਾ ਕੇ ਕਰਨ ਨੂੰ ਤਿਆਰ ਹੈ। ਇਹਨੂੰ ਆਖੋ ਕਿਸੇ ਪੱਥਰ ਦੀ ਪੂਜਾ ਕਰ ਲਾਏ, ਉਹ ਵੀ ਕਰਨ ਨੂੰ ਤਿਆਰ ਹੈ। ਯਾਨੀ ਇਸ ਤਰ੍ਹਾਂ ਇਹ ਦੁੱਖਾਂ ਦੀ ਨਿਵਰਤੀ ਲਈ ਸਾਰੀ ਜ਼ਿੰਦਗੀ ਆਪਣੀ ਲਗਾਉਣ ਲਈ ਤਿਆਰ ਹੈ ਤੇ ਸੁੱਖਾਂ ਦੀ ਪ੍ਰਾਪਤੀ ਲਈ ਬਿਲਕੁਲ ਇਹਦੇ ਉਲਟ, ਸੁੱਖਾਂ ਦੀ ਪ੍ਰਾਪਤੀ ਲਈ ਵੀ ਇਹਨੂੰ ਜੋ ਤੁਸੀਂ ਆਖੋ ਵੀ ਤੂੰ ਆਹ ਕਰ, ਇਹ ਉਹੋ ਹੀ ਕਰਨ ਲਈ ਤਿਆਰ ਹੈ। ਹੁਣ ਗੁਰੂ ਜੀ ਆਖਦੇ ਨੇ ਦੁੱਖ ਸੁੱਖ ਇਹ ਜੀਉ ਬੱਧ ਹੈ। ਇਹ ਜੀਵ ਦੁੱਖਾਂ ਦੀ ਨਿਵਰਤੀ, ਸੁੱਖਾਂ ਦੀ ਪ੍ਰਾਪਤੀ ਦੇ ਕਰਮਾਂ ਵਿੱਚ ਬੱਝਿਆ ਹੋਇਆ ਹੈ। ਹਉਮੈ ਕਰਮ ਕਮਾਏ ਤੇ ਹਉਮੈ ਵਾਲੇ ਕਰਮ ਕਰਦਾ ਹੈ। ਇਹ ਗੁਰੂ ਤੀਜੇ ਪਾਤਸ਼ਾਹ ਦੇ ਬਚਨ ਨੇ। ਇਹ ਮਾਇਆ ਦੀ ਪਰਿਭਾਸ਼ਾ ਉਹਨਾਂ ਨੇ ਸਾਨੂੰ ਦਿੱਤੀ ਏ, ਜਿਹਦੇ ਹੱਥਾਂ ਵਿੱਚ ਕਬਹੂ ਨਿਰਤ ਕਰੈ ਬਹੁ ਭਾਂਤ, ਕਬਹੂ ਸੋਏ ਰਹਿ ਦਿਨ ਰਾਤ। ਜਿਸ ਮਾਇਆ ਦੇ ਹੱਥਾਂ ਵਿੱਚ ਇਹ ਜੀਵ ਕਦੇ ਤੇ ਬੜਾ ਨੱਚਦਾ ਟੱਪਦਾ ਖੁਸ਼ ਹੁੰਦਾ ਇਸ ਦੁਨੀਆ ਵਿੱਚ ਕਿ ਮੈਂ ਬੜੇ ਪੈਸੇ ਕਮਾ ਲਏ ਨੇ, ਹੇਰਾ ਫੇਰੀ ਕਰਕੇ, ਠੱਗੀ ਮਾਰ ਕੇ, ਚੋਰੀ ਧਾੜਾ ਕਰਕੇ ਫਿਰ ਇਹ ਨੱਚਦਾ ਤੇ ਹਉਮੈ ਵਾਲੀਆਂ ਗੱਲਾਂ ਕਰਦਾ ਹੈ। ਤੇ ਉਸੇ ਹੀ ਮਾਇਆ ਦੀ ਖੇਡ ਖੇਡਦਾ ਹੋਇਆ ਇਹ ਬੇਪਰਵਾਹੀ ਜਾਂ ਗਫਲਤ ਦੀ ਨੀਂਦ ਆਖੋ, ਅਵਿਦਿਆ ਜਾਂ ਅਗਿਆਨਤਾ ਦੀ ਨੀਂਦ ਆਖੋ, ਉਹਦੇ ਵਿੱਚ ਫਿਰ ਇਹ ਦਿਨੇ ਰਾਤ ਸੁੱਤਾ ਰਹਿੰਦਾ। ਇਹਨੂੰ ਚੇਤਾ ਹੀ ਭੁੱਲ ਜਾਂਦਾ ਹੈ ਕਿ ਮੇਰੇ ਜੀਵਨ ਦਾ ਲਕਸ਼ ਕੋਈ ਹੋਰ ਵੀ ਹੈ। ਅੱਗੇ ਆਖਦੇ ਨੇ ਕਬਹੂ ਮਹਾ ਕ੍ਰੋਧ ਬਿਕਰਾਲ। ਬਿਕਰਾਲ ਦਾ ਅਰਥ ਹੁੰਦਾ ਡਰਾਵਨਾ। ਜਦੋਂ ਕਿਸੇ ਬੰਦੇ ਨੂੰ ਕ੍ਰੋਧ ਆਇਆ ਹੋਵੇ, ਉਹਦੀ ਸ਼ਕਲ, ਉਹਦਾ ਚਿਹਰਾ, ਉਹਦਾ ਡਰਾਵਨਾ ਰੂਪ ਸਾਡੇ ਸਾਹਮਣੇ ਆਉਂਦਾ ਹੈ। ਉਹਦਾ ਚਿਹਰਾ ਬੜਾ ਡਰਾਵਨਾ ਤੇ ਭਿਅੰਕਰ ਬਣ ਜਾਂਦਾ ਹੈ ਜਦੋਂ ਉਹਦੇ ਉੱਤੇ ਕ੍ਰੋਧ ਸਵਾਰ ਹੋਇਆ ਹੋਵੇ। ਕਬਹੂ ਮਹਾ ਕ੍ਰੋਧ ਬਿਕਰਾਲ। ਇਹ ਮਨੁੱਖ
ਕਦੇ ਵੱਡੇ ਕ੍ਰੋਧ ਦਾ ਵਿਕਰਾਲ ਯਾਨੀ ਡਰਾਵਨਾ ਰੂਪ ਧਾਰਨ ਕਰ ਲੈਂਦਾ ਹੈ। ਕਬਹੂ ਸਰਬ ਕੀ ਹੋਤ ਰਵਾਲ, ਇਹਦੀ ਅਵਸਥਾ ਕਿਵੇਂ ਤਬਦੀਲ ਹੁੰਦੀ ਹੈ? ਕਿਉਂਕਿ ਮਾਇਆ ਦੇ ਹੱਥਾਂ ਵਿੱਚ ਖੇਡ ਰਿਹਾ ਹੈ। ਮਾਇਆ ਦੇ ਹੱਥਾਂ ਵਿੱਚ ਖੇਡਦਿਆਂ ਇਹਦੀ ਮਾਨਸਿਕ ਦਸ਼ਾ ਜਿਹੜੀ ਹੈ ਉਹ ਪਲ ਪਲ ਬਦਲਦੀ ਰਹਿੰਦੀ, ਉਹ ਤਬਦੀਲ ਹੁੰਦੀ ਰਹਿੰਦੀ, ਇੱਕੋ ਜਿਹੀ ਨਹੀਂ ਰਹਿੰਦੀ। ਮਾਇਆ ਵਿਖਾਓ ਤੇ ਤੁਹਾਡੇ ਪਿੱਛੇ ਪਿੱਛੇ ਦੌੜਿਆ ਆਏਗਾ, ਮਾਇਆ ਇਹਦੇ ਤੋਂ ਖੋਹ ਲਵੋ ਤੇ ਇਹਨੂੰ ਕ੍ਰੋਧ ਚੜ ਜਾਏਗਾ, ਫਿਰ ਇਹ ਕੁਝ ਵੀ ਕਰਨ ਲਈ ਤਿਆਰ ਹੈ। ਅਸੀਂ ਵੇਖਦੇ ਹਾਂ ਸੰਸਾਰ ਦੇ ਅੰਦਰ ਜੋ ਕੁਝ ਵਾਪਰ ਰਿਹਾ, ਜਿੰਨਾ ਕਤਲੋ ਗਾਰਦ ਹੋ ਰਿਹਾ, ਜੋ ਮਾਰ ਧਾੜ ਹੋ ਰਹੀ ਹੈ, ਇਹ ਸਭ ਮਾਇਆ ਕਰਕੇ ਹੈ। ਤੇ ਮਾਇਆ ਜਦੋਂ ਹੱਥੋਂ ਜਾਂਦੀ ਹੈ ਬੰਦੇ ਨੂੰ ਗੁੱਸਾ ਆਉਂਦਾ ਹੈ। ਗੁੱਸੇ ਦੇ ਵਿੱਚ ਫਿਰ ਇਹ ਲਾਲ ਪੀਲਾ ਅਸੀਂ ਆਖਦੇ ਹੁੰਦੇ ਹਾਂ ਵੀ ਇਹ ਲਾਲ ਪੀਲਾ ਕਿਉਂ ਪਿਆ ਹੁੰਦਾ ਤੂੰ, ਐਵੇਂ ਹੀ। ਇਹਦਾ ਮਤਲਬ ਉਹਨੂੰ ਕ੍ਰੋਧ ਆ ਰਿਹਾ ਹੁੰਦਾ ਬੰਦੇ ਨੂੰ। ਕਬਹੂ ਸਰਬ ਕੀ ਹੋ ਤਰਵਾਲ, ਤੇ ਜੇ ਕ੍ਰੋਧ ਕੀਤਿਆਂ ਇਹਦਾ ਗੁਜ਼ਾਰਾ ਨਾ ਹੋਵੇ, ਗੱਲ ਨਾ ਬਣੇ, ਤੇ ਫਿਰ ਇਹ ਆਪਣੇ ਆਪ ਨੂੰ ਇੰਨਾ ਨੀਵਾਂ ਸੁੱਟ ਲੈਂਦਾ ਹੈ, ਮਾਨੋ ਸਰਬ ਕੀ ਹੋ ਤਰਵਾਲ, ਸਾਰਿਆਂ ਦੀ ਚਰਨ ਧੂੜ ਬਣ ਜਾਂਦਾ। ਫਿਰ ਇੰਨਾ ਨੀਵਾਂ ਡਿੱਗ ਪੈਂਦਾ। ਆਪਾਂ ਪਿੱਛੇ ਜੇ ਗੱਲ ਕੀਤੀ ਸੀ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਏ ਆਲੇ, ਕਦੇ ਤੇ ਆਕਾਸ਼ ਵਿੱਚ ਚੜ ਜਾਂਦਾ ਤੇ ਕਦੀ ਇਹ ਪਤਾਲਾਂ ਵਿੱਚ ਡਿੱਗ ਪੈਂਦਾ। ਇਹਦਾ ਮਤਲਬ ਸਿਰਫ ਇੰਨਾ ਹੀ ਹੈ ਕਿ ਕਦੇ ਤਾਂ ਬਈ ਇਹ ਹੰਕਾਰ ਦੀ ਟੀਸੀ ਤੇ ਚੜ ਜਾਂਦਾ ਹੈ ਤੇ ਕਦੇ ਨਿਮਰਤਾ ਦਾ ਇੰਨਾ ਧਾਰ ਨਹੀਂ ਹੁੰਦਾ, ਵਿਖਾਵੇ ਵਾਲੀ ਨਿਮਰਤਾ, ਕਿ ਲੋਕਾਂ ਦੇ ਪੈਰਾਂ ਵਿੱਚ ਡਿੱਗਣ ਲਈ ਤਿਆਰ ਹੋ ਜਾਂਦਾ ਹੈ। ਕਬਹੂ ਹੋਏ ਬਹਿ ਵੱਡ ਰਾਜਾ, ਕਬਹੂ ਭੇਖਾਰੀ ਨੀਚ ਕਾ ਸਾਜਾ, ਕਦੀ ਇਹ ਮਨ ਹੀ ਮਨ ਬਹੁਤ ਵੱਡਾ ਰਾਜਾ ਬਣ ਬੈਠਦਾ ਹੈ। ਆਪਾਂ ਸੁਪਨੇ ਵਿੱਚ ਤੇ ਹੁੰਦੇ ਹੀ ਆ, ਕਈ ਵਾਰੀ ਕੰਗਾਲ ਹੋ ਜਾਂਦੇ ਆ, ਕਈ ਵਾਰੀ ਰਾਜੇ ਬਣ ਜਾਂਦੇ ਆ, ਅਮੀਰ ਹੁੰਦੇ ਆ, ਗਰੀਬ ਹੁੰਦੇ ਆ, ਸੁਪਨੇ ਵਿੱਚ ਬਹੁਤ ਕੁਝ ਵਾਪਰਦਾ ਆਪਣੇ ਨਾਲ। ਮਨ ਹੀ ਮਨ, ਬਸ ਮੈਂ ਹੁਣ ਆਹ ਕਰ ਦੇਣਾ ਤੇ ਆਹ ਹੋ ਜਾਣਾ ਹੈ, ਆਹ ਹੋ ਗਿਆ ਤੇ ਮੈਂ ਉਸ ਤੋਂ ਅੱਗੇ ਆਹ ਕਰ ਦੇਣਾ ਹੈ, ਉਸ ਤੋਂ ਅੱਗੇ ਮੈਂ ਆਹ ਕਰ ਦੇਣਾ ਤੇ ਫਿਰ ਮੈਂ ਪ੍ਰੈਜ਼ੀਡੈਂਟ ਵਾਲੀ ਸੀਟ ਤੇ ਪਹੁੰਚ ਜਾਣਾ ਹੈ। ਇਹ ਬੰਦੇ ਦੀ ਮਾਨਸਿਕ ਦਸ਼ਾ ਗੁਰੂ ਜੀ ਨੇ ਦੱਸੀ ਏ। ਕਬਹੂ ਮਹਾ ਕ੍ਰੋਧ ਵਿਕਰਾਲ, ਨਾ ਕਬਹੂ ਹੋਏ ਬਹਿ ਵੱਡ ਰਾਜਾ, ਕਦੀ ਇਸ ਤਰ੍ਹਾਂ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਰਾਜਾ ਸਮਝ ਲੈਂਦਾ ਹੈ। ਕਬੂ ਭੇਖਾਰੀ ਨੀਚ ਕਾ ਸਾਜਾ, ਕਦੀ ਸਾਜਾ ਦਾ ਮਤਲਬ ਹੈ ਸਾਜ਼ ਬਣਾ ਲੈਣਾ, ਸਾਂਗ ਬਣਾ ਲੈਣਾ। ਕਦੀ ਆਪਣੇ ਆਪ ਨੂੰ ਇਹ ਬਹੁਤ ਨੀਵਾਂ ਭਿਖਾਰੀ ਮੰਨਣ ਲੱਗ ਪੈਂਦਾ ਹੈ ਕਿ ਮੇਰੀ ਵੀ ਕੀ ਜ਼ਿੰਦਗੀ ਹੈ, ਮੇਰੇ ਕੋਲ ਕਿਹੜੇ 4 ਪੈਸੇ ਨਹੀਂ, ਵੇਖ ਮੇਰੇ ਗੁਆਂਢੀ ਕੋਲ ਭਾਵੇਂ ਲੱਖਾਂ ਡਾਲਰ ਹੋਣ ਪਰ ਗੁਆਂਢੀ ਕੋਲ ਜ਼ਿਆਦਾ ਨੇ, ਇਸ ਲਈ ਮੈਂ ਦੁਖੀ ਹਾਂ ਕਿ ਉਹਦੇ ਕੋਲ ਜ਼ਿਆਦਾ ਨੇ ਤੇ ਉਹਦੇ ਮੁਕਾਬਲੇ ਮੈਂ ਗਰੀਬ ਹਾਂ। ਕਬਹੂ ਭਿਖਾਰੀ ਨੀਚ ਕਾ ਸਾਜਾ, ਇਸ ਤਰ੍ਹਾਂ ਆਪਣੇ ਆਪ ਨੂੰ ਨੀਵਾਂ ਸਮਝਣ ਲੱਗ ਪੈਂਦਾ ਹੈ ਤੇ ਮਾਨੋ ਇਹ ਭਿਖਾਰੀਆਂ ਵਾਲਾ ਸਾਂਗ ਬਣਾ ਲੈਂਦਾ ਹੈ ਕਿ ਮੇਰੇ ਕੋਲ ਤੇ ਕੁਝ ਵੀ ਨਹੀਂ, ਰੱਬ ਨੇ ਮੈਨੂੰ ਦਿੱਤਾ ਹੀ ਕੀ ਏ, ਰੱਬ ਨੂੰ ਵੀ ਤਾਨੇ ਮਿਹਣੇ ਦੇਣ ਲੱਗ ਪੈਂਦਾ ਹੈ। ਇਹ ਬੰਦੇ ਦੀ ਮਾਨਸਿਕ ਦਸ਼ਾ ਗੁਰੂ ਜੀ ਬਿਆਨ ਕਰਦੇ ਨੇ। ਹੁਣ ਜਦੋਂ ਇਹ ਇਸ ਤਰ੍ਹਾਂ ਦੀ ਅਵਸਥਾ ਵਿੱਚ ਵਿਚਰਦਾ ਹੈ ਨਾ, ਕਦੀ ਰਾਜਾ ਬਣਦਾ, ਕਦੀ ਭਿਖਾਰੀ ਬਣਦਾ ਹੈ, ਉਹਦਾ ਵੀ ਨਕਸ਼ਾ ਗੁਰੂ ਜੀ ਨੇ ਬੜਾ ਸੋਹਣਾ ਗੁਰਬਾਣੀ ਵਿੱਚ ਖਿੱਚਿਆ ਹੋਇਆ ਹੈ। ਕਹਿੰਦੇ ਨੇ, ਹਉ ਬੰਧੋਂ ਹਉ ਸਾਧੋਂ ਬੈਰ, ਹਮਰੀ ਭੂਮ ਕੌਣ ਘਾਲੈ ਪੈਰ। ਇਸ ਤਰ੍ਹਾਂ ਇਹ ਬੰਦਾ ਆਪਣੀ ਮਾਨਸਿਕ ਦਸ਼ਾ ਦੀ ਇਸ ਤਰ੍ਹਾਂ ਹੀ ਕਰਦਾ ਹੈ ਕਿ ਮੈਂ ਵੈਰ ਸਾਧਨੇ ਨੇ, ਕੌਣ ਇੱਥੋਂ ਲੰਘ ਸਕਦਾ ਹੈ, ਕੌਣ ਇੱਧਰ ਨੂੰ ਅੱਖ ਚੁੱਕ ਕੇ ਵੇਖ ਸਕਦਾ ਹੈ। ਫਿਰ ਇਹ ਜ਼ਿਮੀਂਦਾਰਾਂ ਦੀ ਗੱਲ ਹੀ ਨਹੀਂ, ਗੁਰਬਾਣੀ ਵਿੱਚ ਨਾ ਗੁਰੂ ਜੀ ਨੇ ਬੜੀਆਂ ਟਨਕਾਰਾਂ ਲਗਾਈਆਂ ਹੋਈਆਂ ਨੇ, ਤਾਂ ਹੀ ਤਾਂ ਸਾਨੂੰ ਉਹ ਬੁਰੀਆਂ ਲੱਗ ਜਾਂਦੀਆਂ। ਹੁਣ ਆਖਦੇ ਨੇ, ਹਉ ਪੰਡਿਤ ਹਉ ਚਤੁਰ ਸਿਆਣਾ। ਕਈ ਵਾਰੀ ਵੱਡੇ ਪੰਡਿਤ ਦਾ ਮਤਲਬ ਪੰਡਿਤ ਬ੍ਰਾਹਮਣ ਨਹੀਂ, ਪੰਡਿਤ ਦਾ ਮਤਲਬ ਹੁੰਦਾ ਪੜ੍ਹੇ ਲਿਖੇ ਬੰਦੇ, ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਹੈ ਜਾਂ ਜਿਨ੍ਹਾਂ ਨੇ ਸਕੂਲੀ ਵਿੱਦਿਆ ਪੜ੍ਹੀ ਹੈ, ਇੱਥੇ ਉਹਨਾਂ ਨੂੰ ਪੰਡਿਤ ਆਖਿਆ। ਹਉ ਪੰਡਿਤ ਹਉ ਚਤੁਰ ਸਿਆਣਾ। ਜਦੋਂ ਇਹ 4 ਜਮਾਤਾਂ ਵਧੇਰੇ ਇੱਕ ਨਾਲੋਂ ਪੜ੍ਹ ਜਾਂਦਾ ਨਾ, ਫਿਰ ਇਹ ਸਮਝਦਾ ਕਿ ਮੇਰੇ ਜਿਹਾ ਸਿਆਣਾ ਕੋਈ ਹੋਰ ਹੈ ਹੀ ਨਹੀਂ, ਬਸ ਮੈਂ ਹੀ ਹਾਂ ਇੱਕੋ ਇੱਕ ਘਰ ਵਿੱਚੋਂ
जिन्हें कालेज पास किया मेरे घर दे ते बाकी सारे अनपढ़ ही ने, ਜਾਂ ਮੇਰੇ ਗੁਆਂਢ ਵਿੱਚ ਹੁਣ ਪੁਰਾਣੇ ਸਮੇਂ 'ਚ ਪਿੰਡਾਂ ਸਕੂਲ ਹੀ ਨਹੀਂ ਸਨ ਹੁੰਦੇ ਤੇ ਕੋਈ ਵਿਰਲਾ ਜਿਹਾ ਬੰਦਾ ਬੱਚਾ ਪੜ੍ਹਨ ਜਾਂਦਾ ਹੁੰਦਾ ਸੀ, ਬਾਹਰ ਨਿਕਲ ਜਾਣਾ ਕਿਤੇ ਪੜ੍ਹ ਲੈਣੀਆਂ 10 ਜਮਾਤਾਂ। ਉਹਨੇ ਆ ਕੇ ਪਿੰਡ ਦੇ ਲੋਕਾਂ ਨੂੰ ਉਹ ਬੰਦੇ ਹੀ ਨਹੀਂ ਸਮਝਦਾ ਹੁੰਦਾ ਵੀ ਮੈਂ ਪੜ੍ਹਿਆ ਲਿਖਿਆ, ਤੁਸੀਂ ਸਭ ਅਨਪੜ੍ਹ ਇਕੱਠੇ ਹੋਏ, ਤੁਹਾਨੂੰ ਕੀ ਪਤਾ 2 ਤੇ 2 4 ਕਿਵੇਂ ਹੁੰਦੇ ਨੇ। ਹਾਂ ਪੰਡਿਤ ਹਾਂ ਚਤੁਰ ਸਿਆਣਾ, ਮੈਂ ਹੀ ਸਿਆਣਾ ਹਾਂ, ਮੈਂ ਹੀ ਵਿਦਵਾਨ ਹਾਂ, ਮੈਂ ਹੀ ਪੜ੍ਹਿਆ ਲਿਖਿਆ ਹਾਂ। ਇਹ ਗੱਲ ਇਹਨਾਂ ਪੜ੍ਹਿਆਂ ਲਿਖਿਆਂ ਦੇ ਮਨ ਵਿੱਚ ਆਉਂਦੀ ਹੈ ਔਰ ਬਾਰ-ਬਾਰ ਆਉਂਦੀ ਹੈ ਕਿ ਕੋਈ ਘੱਟ ਪੜ੍ਹਿਆ ਹੋਇਆ ਸਾਨੂੰ ਕਿਵੇਂ ਕੋਈ ਗੱਲ ਕਰਕੇ ਅੱਗੇ ਲੰਘ ਜਾਏ। ਸੋ ਇਹ ਗੱਲ ਉਹਨਾਂ ਦੇ ਮਨਾਂ 'ਚ ਆਉਂਦੀ। ਲੇਕਿਨ ਗੁਰੂ ਜੀ ਪਤਾ ਕੀ ਆਖਣਾ ਚਾਹੁੰਦੇ ਨੇ, ਕਰਨਾ ਹਾਰ ਨਾ ਬੁੱਝੈ ਬਿਗਾਨਾ। ਕਰਨ ਹਾਰ ਜਿਸ ਮਾਲਕ ਨੇ ਤੈਨੂੰ ਵਿਦਿਆ ਦਿੱਤੀ, ਜਿਸ ਮਾਲਕ ਨੇ ਤੈਨੂੰ ਧਨ ਦਿੱਤਾ, ਜਿਸ ਮਾਲਕ ਨੇ ਤੈਨੂੰ ਜ਼ਮੀਨ ਜਾਇਦਾਦ ਦਿੱਤੀ, ਜਿਸ ਮਾਲਕ ਨੇ ਤੈਨੂੰ ਰਾਜਾ ਹੋਣ ਦਾ ਮਾਣ ਬਖਸ਼ਿਆ, ਕਰਨਾ ਹਾਰ ਨਾ ਬੁੱਝੈ ਬਿਗਾਨਾ। ਇਹ ਉਸ ਮਾਲਕ ਨੂੰ ਸਮਝਦਾ ਨਹੀਂ, ਉਹਨੂੰ ਤੇ ਬਿਗਾਨਾ ਸਮਝਦਾ ਹੈ ਕਿ ਰੱਬ ਨਾਲ ਮੇਰਾ ਕੀ ਰਿਸ਼ਤਾ ਹੈ, ਕੋਈ ਵੀ ਨਹੀਂ। ਰੱਬ ਨੇ ਮੇਰਾ ਸਵਾਰਿਆ ਕੀ ਹੈ, ਰੱਬ ਨੇ ਮੇਰੇ ਲਈ ਕੀਤਾ ਹੀ ਕੀ ਹੈ। ਔਰ ਆਪਾਂ ਪਿੱਛੇ ਜੇ ਸਮਝਿਆ ਸੀ ਕਿ ਪ੍ਰਮਾਤਮਾ ਨੇ ਸਾਨੂੰ ਕਿੰਨਾ ਕੁਝ ਦਿੱਤਾ ਹੈ, ਅਸੀਂ ਉਸ ਦਾ ਅੰਦਾਜ਼ਾ ਹੀ ਕਦੇ ਨਹੀਂ ਲਗਾਇਆ। ਕਦੀ ਜੇ ਤੁਹਾਨੂੰ ਨਾ ਕਦੀ ਕੋਈ ਕਿਡਨੀ ਕੋਈ ਚੀਜ਼ ਇਸ ਤਰ੍ਹਾਂ ਸਰੀਰ ਦਾ ਅੰਗ ਬਾਹਰੋਂ ਮੁੱਲ ਲੈਣਾ ਪੈ ਜਾਏ ਤੇ ਫਿਰ ਪਤਾ ਲੱਗਦਾ ਹੈ ਕਿ ਇਹਦੀ ਕੀਮਤ ਕੀ, ਇੱਕ ਅੰਗ ਦੀ, ਸਿਰਫ ਇੱਕ ਅੰਗ ਦੀ। ਤੇ ਮਾਲਕ ਨੇ ਸਾਨੂੰ ਸਾਰੇ ਅੰਗ ਸਰੀਰ ਦੇ ਚੱਲਦੇ ਫਿਰਦੇ ਤੰਦਰੁਸਤ ਬਖਸ਼ੇ ਨੇ। ਅਸੀਂ ਉਸ ਨੂੰ ਅਜੇ ਵੀ ਬੇਗਾਨਾ ਸਮਝਦੇ ਹਾਂ। ਕੀ ਹੋਇਆ ਜੇ ਉਹਨੇ ਸਾਨੂੰ 4 ਕੌਡੀਆਂ ਦੂਜਿਆਂ ਨੂੰ ਘੱਟ ਦਿੱਤੀਆਂ ਹੋਣਗੀਆਂ, ਤੇ ਉਹ ਵੀ ਸਾਡੀ ਯੋਗਤਾ ਵੇਖ ਕੇ ਹੀ। ਰੱਬ ਨੇ ਸਾਡੇ ਨਾਲ ਵਿਤਕਰਾ ਨਹੀਂ ਕੀਤਾ। ਸੋ ਇਸ ਤਰ੍ਹਾਂ ਗੁਰੂ ਜੀ ਸਾਨੂੰ ਸਮਝਾਉਂਦੇ ਨੇ, ਕਬਹੂ ਹੋਏ ਬਹਿ ਵੱਡ ਰਾਜਾ, ਕਬਹੂ ਭਿਖਾਰੀ ਨੀਚ ਕਾ ਸਾਜਾ। ਇਸ ਬੰਦੇ ਦੀ ਮਾਨਸਿਕ ਜਿਹੜੀ ਅਵਸਥਾ ਹੈ, ਜਿਹੜੀ ਮਾਨਸਿਕ ਦਸ਼ਾ ਹੈ, ਉਹ ਕਿਵੇਂ ਤਬਦੀਲ ਹੁੰਦੀ ਰਹਿੰਦੀ ਹੈ, ਕਿਵੇਂ ਬਦਲਦੀ ਰਹਿੰਦੀ ਹੈ। ਅੱਗੇ ਦੱਸਦੇ ਨੇ, ਕਬਹੂ ਅਪ ਕੀਰਤ ਮਹਿ ਆਵੈ, ਕਬਹੂ ਭਲਾ ਭਲਾ ਕਹਾਵੈ। ਆਪਣੇ ਆਪ ਨੂੰ ਭਲਾ ਖਵਾਉਣਾ, ਅਪ ਕੀਰਤ ਵਿੱਚ ਆਉਣਾ। ਅਪ ਕੀਰਤ ਹੁੰਦਾ ਹੈ ਜਸ, ਸਿਫਤ ਸਲਾਹ, ਤੇ ਅਪ ਕੀਰਤ ਹੁੰਦਾ ਹੈ ਉਹਦੇ ਉਲਟ ਬੇਇੱਜ਼ਤੀ, ਨਿਰਾਦਰ, ਅਪਮਾਨ। ਕਬਹੂ ਅਪ ਕੀਰਤ ਮਹਿ ਆਵੈ। ਇਹਦੀ ਮਾਨਸਿਕ ਦਸ਼ਾ ਦਾ ਬਿਆਨ ਕੀਤਾ ਗੁਰੂ ਜੀ ਨੇ ਕਿ ਕਦੀ ਆਪਣੇ ਆਪ ਨੂੰ ਇਹ ਸਮਝਦਾ ਕਿ ਮੇਰੀ ਸੰਸਾਰ 'ਚ ਕੀ ਇੱਜ਼ਤ ਹੈ, ਮੇਰੀ ਸੰਸਾਰ 'ਚ ਕੀ ਪਾਇਆ ਹੈ, ਮੈਂ ਤੇ ਜਿਹੋ ਜਿਹਾ ਪੈਦਾ ਹੋਇਆ ਤੇ ਇਹੋ ਜਿਹਾ ਨਾ ਹੋਇਆ। ਕਬਹੂ ਭਲਾ ਭਲਾ ਕਹਾਵੈ। ਕਦੀ ਇਹਦੀ ਮਾਨਸਿਕ ਦਸ਼ਾ ਇਹੋ ਜਿਹੀ ਹੋ ਜਾਂਦੀ ਹੈ ਕਿ ਆਪਣੇ ਆਪ ਨੂੰ ਇਉਂ ਸਮਝਣ ਲੱਗ ਪੈਂਦਾ ਹੈ ਕਿ ਮੇਰੇ ਜਿਹਾ ਹੋਰ ਕੋਈ ਚੰਗਾ ਹੈ ਹੀ ਕੌਣ ਇਸ ਸੰਸਾਰ ਵਿੱਚ। ਵੇਖੋ ਮੈਂ ਆਹ ਵੀ ਕੀਤਾ, ਮੈਂ ਉਹ ਵੀ ਕੀਤਾ, ਮੈਂ ਇੰਨੀ ਵਾਰੀ ਗੁਰਦੁਆਰੇ ਲੰਗਰ ਕਰਾਇਆ, ਇੰਨੀ ਵਾਰੀ ਮੈਂ ਪਾਠ ਕਰਾਇਆ, ਇੰਨੀ ਵਾਰੀ ਮੈਂ ਉਹਨੂੰ ਦਾਨ ਦਿੱਤਾ, ਇੰਨੀ ਵਾਰੀ ਮੈਂ ਤੀਰਥਾਂ ਤੇ ਨਹਾਉਣ ਗਿਆ, ਇੰਨੇ ਕੰਮ ਮੈਂ ਕੀਤੇ, ਲੋਕ ਭਲਾਈ ਮੈਂ ਇੰਨੀ ਕੀਤੀ। ਫਿਰ ਇਹ ਸਮਝਦਾ ਕਿ ਮੇਰੇ ਵਰਗਾ ਕੋਈ ਭਲਾ ਹੀ ਨਹੀਂ ਬੰਦਾ। ਸੋ ਇਹ ਵੀ ਗੁਰੂ ਜੀ ਨੇ ਇਨਸਾਨ ਦੀ ਮਾਨਸਿਕ ਦਸ਼ਾ ਦਾ ਹੀ ਜ਼ਿਕਰ ਕੀਤਾ ਹੈ। ਭਾਈ ਮਾਨਸਿਕ ਦਸ਼ਾ ਸਾਡੀ ਮਨੁੱਖ ਦੀ ਤਬਦੀਲ ਹੁੰਦੀ ਰਹਿੰਦੀ ਏ, ਇਹ ਬਦਲਦੀ ਰਹਿੰਦੀ ਏ। ਇਸ ਨੂੰ ਅਸੀਂ ਥਿਰ ਕਰਨ ਵਾਸਤੇ ਕਿ ਸਾਡੀ ਇਹ ਮਾਨਸਿਕ ਦਸ਼ਾ ਬਦਲੇ ਨਾ, ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਪ੍ਰਮਾਤਮਾ ਦਾ ਸਹਾਰਾ ਜਾਂ ਗੁਰੂ ਦਾ ਆਸਰਾ ਲੈਣਾ ਚਾਹੀਦਾ ਹੈ। ਜਿਵੇਂ ਜਿਵੇਂ ਅਸੀਂ ਪ੍ਰਭੂ ਦਾ ਨਾਮ ਜਪਾਂਗੇ, ਇਸ ਤਰ੍ਹਾਂ ਅਸੀਂ ਮਹਿਸੂਸ ਕਰਨ ਲੱਗ ਪਾਂਗੇ ਜਿਵੇਂ ਬੰਦਾ ਨਾਮ ਜਪਦਾ। ਇੱਕ ਤੇ ਗੱਲ ਹੁੰਦੀ ਸਿਰਫ ਅੱਖ ਨਹੀਂ ਆਖਣੀ ਕਿ ਅਸੀਂ ਜਦੋਂ ਆਪਸ ਵਿੱਚ ਇਕੱਠੇ ਹੁੰਨੇ ਆ, ਸਤਸੰਗੀ ਮਿਲਦੇ ਨੇ ਤੇ ਅਸੀਂ ਉੱਤੋਂ ਜ਼ੁਬਾਨੀ ਕਲਾਮੀ ਕਹਿ ਰਹੇ ਹੁੰਨੇ ਆ ਕਿ ਜੀ ਰੱਬ ਨੇ ਬੜਾ ਕੁਝ ਦਿੱਤਾ ਹੈ ਜੀ, ਵੇਖੋ ਸਭ ਕੁਝ ਰੱਬ ਦੀ ਕਿਰਪਾ ਹੈ ਜੀ, ਬੜੀਆਂ ਮੌਜਾਂ ਬਣੀਆਂ ਨੇ ਜੀ, ਬੜਾ ਆਨੰਦ ਬਣਿਆ ਹੈ ਜੀ। ਲੇਕਿਨ ਅੰਦਰੋਂ ਅਸੀਂ ਖੁਸ਼ ਨਹੀਂ ਹੁੰਦੇ। ਉੱਤੋਂ ਹੱਥ ਜੋੜੇ ਨੇ, ਨਿਮਰਤਾ ਧਾਰਨ ਕੀਤੀ ਹੈ, ਝੁਕਦਾ ਹੀ ਤੁਰਿਆ ਜਾਂਦਾ ਤੋੜ ਤੱਕ। ਉਹ ਥੱਲਿਓਂ ਗੁਰਦੁਆਰੇ ਦੀਆਂ ਦਲੀਜਾਂ ਤੇ ਮੱਥਾ ਟੇਕਣਾ ਸ਼ੁਰੂ ਕਰਦਾ ਤੇ ਅਖੀਰ ਤੱਕ ਫਿਰ ਝੁਕਿਆ ਹੀ ਤੁਰਿਆ ਜਾਂਦਾ।
ਮਨ ਵਿੱਚ ਇੰਨਾ ਹੰਕਾਰ ਹੈ ਕਿ ਮੇਰੇ ਜਿਹਾ ਕੋਈ ਹੋਰ ਹੈ ਹੀ ਨਹੀਂ। ਪਰ ਜਦੋਂ ਤੁਸੀਂ ਸਿਮਰਨ ਕਰੋਗੇ ਨਾ, ਬਾਣੀ ਪੜੋਗੇ, ਨਿਤਨੇਮ ਪਿਆਰ ਨਾਲ ਕਰਿਆ ਕਰੋਗੇ, ਫਿਰ ਤੁਸੀਂ ਪਾਓਗੇ ਕਿ ਤੁਸੀਂ ਅੰਦਰੋਂ ਬਾਹਰੋਂ ਇੱਕੋ ਜਿਹੇ ਹੋਣੇ ਸ਼ੁਰੂ ਹੋ ਗਏ ਹੋ। ਫਿਰ ਸਮਝ ਆਏਗੀ ਕਿ ਆ ਜਿਹੜੀ ਸਾਡੀ ਮਾਨਸਿਕ ਦਸ਼ਾ ਬਦਲ ਰਹੀ ਹੈ ਬਾਰ-ਬਾਰ, ਇਹ ਨਹੀਂ ਬਦਲਣੀ ਚਾਹੀਦੀ, ਇਹ ਚੰਗੀ ਨਹੀਂ। ਜਿਹੋ ਜਿਹੇ ਅਸੀਂ ਹਾਂ, ਸਾਨੂੰ ਉਹੋ ਜਿਹੇ ਹੀ ਹੋਣਾ ਚਾਹੀਦਾ। ਸਾਨੂੰ ਬਹਿਰੂਪੀਏ ਨਹੀਂ ਬਣਨਾ ਚਾਹੀਦਾ। ਸਾਨੂੰ ਆਪਣਾ ਬਾਹਰੀ ਰੂਪ ਬਣਾ ਕੇ ਨਹੀਂ ਵਿਖਾਉਣਾ ਚਾਹੀਦਾ, ਚੰਗਾ ਬਣਾ ਕੇ ਨਹੀਂ ਵਿਖਾਉਣਾ ਚਾਹੀਦਾ। ਹੁਣ ਗੁਰੂ ਜੀ ਅਖੀਰਲੀਆਂ ਪੰਕਤੀਆਂ ਵਿੱਚ ਆਖਦੇ ਨੇ, ਜਿਉ ਪ੍ਰਭ ਰਾਖੈ ਤਿਵ ਹੀ ਰਹੈ, ਗੁਰ ਪ੍ਰਸਾਦ ਨਾਨਕ ਸੱਚ ਕਹੈ। ਸੱਚ ਕਹੈ ਦਾ ਮਤਲਬ ਹੈ ਸੱਚ ਨੂੰ ਕਹਿਣਾ। ਸੱਚ ਨੂੰ ਕਹਿਣ ਦਾ ਮਤਲਬ ਹੈ ਸੱਚ ਨੂੰ ਯਾਦ ਕਰਨਾ, ਸੱਚ ਨੂੰ ਸਿਮਰਨਾ। ਸੱਚ ਕੀ ਹੈ? ਪਰਮਾਤਮਾ। ਪਰਮਾਤਮਾ ਨੂੰ ਯਾਦ ਕਰਨਾ, ਪਰਮਾਤਮਾ ਨੂੰ ਚੇਤੇ ਵਿੱਚ ਰੱਖਣਾ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨੂੰ ਚੇਤੇ ਕਰਨਾ। ਸੱਚ ਕਹੈ ਤੋਂ ਮਤਲਬ ਇਹ ਹੈ ਕਿ ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਮਨੁੱਖ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਦਾ ਹੈ, ਜਿਹੜਾ ਉਸ ਸੱਚ ਨੂੰ ਚੇਤੇ ਰੱਖਦਾ ਹੈ। ਸੋ ਜਿਹੜਾ ਉਹ ਸੱਚ ਨੂੰ ਚੇਤੇ ਰੱਖਣ ਲੱਗ ਪੈਂਦਾ ਹੈ, ਉਹ ਰੱਬੀ ਰਜ਼ਾ ਵਿੱਚ ਆ ਜਾਂਦਾ ਹੈ। ਰੱਬੀ ਰਜ਼ਾ ਵਿੱਚ ਆ ਕੇ ਉਹ ਕੀ ਕਹਿੰਦਾ ਹੈ? ਜਿਉ ਪ੍ਰਭ ਰਾਖੈ ਤਿਵ ਹੀ ਰਹੈ। ਹੇ ਅਕਾਲ ਪੁਰਖ ਵਾਹਿਗੁਰੂ, ਜਿਵੇਂ ਤੂੰ ਰੱਖਦਾ ਏ ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਤੇ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਜਿਉ ਪ੍ਰਭ ਰਾਖੈ ਤਿਵ ਹੀ ਰਹੈ। ਭਾਈ ਇਸ ਜੀਵ ਦੇ ਵੱਸ ਕੀ ਏ? ਜਿਵੇਂ ਪ੍ਰਭੂ ਇਸ ਜੀਵ ਨੂੰ ਰੱਖਦਾ ਹੈ, ਇਹ ਉਸ ਤਰ੍ਹਾਂ ਹੀ ਰਹਿੰਦਾ ਹੈ। ਸੋ ਇਹਦਾ ਮਤਲਬ ਬੜਾ ਸਪਸ਼ਟ ਹੈ ਕਿ ਜੇ ਜੀਵ, ਜੇ ਇਹ ਮਨੁੱਖ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਨ ਲੱਗ ਪਏਗਾ, ਸਿਮਰਨ ਕਰਦਿਆਂ ਕਰਦਿਆਂ ਇਹਦੀ ਮਾਨਸਿਕ ਅਵਸਥਾ ਜਿਹੜੀ ਉੱਚੀ ਉੱਠ ਜਾਏਗੀ। ਜਦੋਂ ਇਹਦੀ ਮਾਨਸਿਕ ਅਵਸਥਾ ਉੱਚੀ ਉੱਠੇਗੀ, ਤਦੋਂ ਇਹਦਾ ਦੁਚਿੱਤਾਪਨ ਖਤਮ ਹੋ ਜਾਏਗਾ। ਜਿਹੜਾ ਕਦੀ ਹੁਣ ਰਾਜਾ ਬਣਦਾ, ਕਦੀ ਭਿਖਾਰੀ ਬਣਦਾ ਹੈ, ਕਦੀ ਇਹ ਕ੍ਰੋਧਵਾਨ ਹੁੰਦਾ ਹੈ, ਕਦੀ ਨਿਮਰਤਾ ਦਾ ਧਾਰਨੀ ਹੁੰਦਾ ਹੈ, ਕਦੀ ਆਪਣੇ ਆਪ ਨੂੰ ਚੰਗਾ ਖਵਾਉਂਦਾ, ਕਦੀ ਉਹ ਸਮਝਦਾ ਕਿ ਮੇਰੇ ਜਿਹਾ ਮਾੜਾ ਬੰਦਾ ਕੋਈ ਹੈ ਹੀ ਨਹੀਂ ਦੁਨੀਆ ਵਿੱਚ। ਇਹ ਸਾਰੀਆਂ ਜਿਹੜੀਆਂ ਅਵਸਥਾਵਾਂ ਮਨੁੱਖ ਦੀਆਂ ਬਦਲ ਰਹੀਆਂ ਨੇ ਨਾ, ਇਹ ਫਿਰ ਬਦਲਣਗੀਆਂ ਨਹੀਂ। ਫਿਰ ਅਵਸਥਾ ਟਿਕ ਜਾਏਗੀ, ਮਾਨਸਿਕ ਅਵਸਥਾ ਇੱਕ ਥਾਂ ਤੇ ਟਿਕ ਜਾਏਗੀ। ਤੇ ਟਿਕੇਗੀ ਕਿੱਥੇ? ਇੱਕ ਓੰਕਾਰ ਤੇ, ਯਾਨੀ ਇੱਕ ਪਰਮਾਤਮਾ ਉੱਤੇ ਦੀ ਆਸਥਾ ਬਣ ਜਾਏਗੀ। ਫਿਰ ਕਬੀਰ ਜੀ ਨੇ ਆਖਿਆ ਸੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਹੇ ਪਰਮਾਤਮਾ, ਮੈਂ ਤੇਰਾ ਸਹਾਰਾ ਫੜਿਆ, ਤੇਰਾ ਆਸਰਾ ਤੱਕਿਆ, ਨਾ ਤੂੰ ਡੋਲਦਾ, ਤੂੰ ਤੇ ਹਿਮਾਲੇ ਪਰਬਤ ਵਰਗਾ ਹੈ। ਜਦੋਂ ਤੂੰ ਨਹੀਂ ਡੋਲਦਾ ਤੇ ਮੈਂ ਡਿੱਗਣਾ ਕੀ ਹੋਇਆ? ਨਾ ਤੁਮ ਡੋਲੋ ਨਾ ਹਮ ਗਿਰਤੇ, ਮੈਂ ਵਿਕਾਰਾਂ ਦੀ ਖੱਡ ਵਿੱਚ ਨਹੀਂ ਡਿੱਗਦਾ, ਕਿਉਂਕਿ ਜਿਹਦਾ ਮੈਂ ਆਸਰਾ ਲਿਆ ਹੈ ਉਹ ਹਿਮਾਲਿਆ ਜਿਹਾ ਵੱਡਾ ਮਹਾਨ ਹੈ, ਉਹ ਕਦੇ ਡੋਲਦਾ ਨਹੀਂ। ਜੇ ਉਹ ਨਹੀਂ ਡੋਲੇਗਾ ਤੇ ਮੈਂ ਵੀ ਵਿਕਾਰਾਂ ਦੀ ਖੱਡ ਵਿੱਚ ਨਹੀਂ ਡਿੱਗਾਂਗਾ। ਤੇ ਮੇਰੀ ਵਾਹਿਗੁਰੂ ਜੀ ਨੇ ਫਿਰ ਇਸ ਤਰ੍ਹਾਂ ਇੱਜ਼ਤ ਤੇ ਪੱਤ ਰੱਖ ਲਈ ਹੈ। ਸੋ ਸਾਨੂੰ ਗੁਰੂ ਜੀ ਅੱਜ ਦੇ ਬੰਦ ਵਿੱਚ, ਬੰਦ ਨੰਬਰ 6 ਵਿੱਚ ਇਹੀ ਸਮਝਾਉਂਦੇ ਨੇ, ਭਾਈ ਗੁਰਮੁਖੋ, ਇੱਕ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰੋ। ਸਿਮਰਨ ਕਰਨ ਦੇ ਨਾਲ ਤੁਹਾਡੀ ਜਿਹੜੀ ਮਾਨਸਿਕ ਅਵਸਥਾ ਏ ਉਹ ਟਿਕ ਜਾਏਗੀ, ਉਹ ਇੱਕ ਜਗ੍ਹਾ ਤੇ ਰੁਕ ਜਾਏਗੀ। ਫਿਰ ਡਾਵਾਂ ਡੋਲ ਵਾਲੀ ਜਿਹੜੀ ਅਵਸਥਾ ਹੈ ਨਾ, ਉਹ ਖਤਮ ਹੋ ਜਾਏਗੀ। ਜਿਵੇਂ ਤੁਹਾਡੀ ਡਾਵਾਂ ਡੋਲ ਵਾਲੀ ਅਵਸਥਾ ਖਤਮ ਹੋਏਗੀ, ਤੁਸੀਂ ਮਨ ਨੂੰ ਸ਼ਾਂਤ ਪਾਓਗੇ। ਜਿਵੇਂ ਜਿਵੇਂ ਮਨ ਸ਼ਾਂਤ ਹੋਏਗਾ, ਫਿਰ ਗੁਰੂ ਜੀ ਨੇ ਆਖਿਆ ਸੀ, ਸ਼ਾਂਤੀ ਵਿੱਚ ਕਾਰ ਕਮਾਵਣੀ, ਸਾ ਖਸਮ ਪਾਏ ਥਾਏ। ਜਿਹੜਾ ਵੀ ਕੰਮ ਅਸੀਂ ਸ਼ਾਂਤੀ ਵਿੱਚ ਕਰਦੇ ਹਾਂ, ਟਿਕਾ ਵਿੱਚ ਕਰਦੇ ਹਾਂ, ਉਹ ਕੰਮ ਸਿਰੇ ਚੜ ਜਾਂਦਾ ਹੈ। ਤੇ ਜਿਹੜਾ ਕੰਮ ਅਸੀਂ ਅਸ਼ਾਂਤੀ ਵਿੱਚ ਕਰਦੇ ਹਾਂ, ਉਹ ਕੰਮ ਸਿਰੇ ਨਹੀਂ ਚੜਦਾ। ਚਾਹੇ ਉਹ ਕੰਮ ਦੁਨਿਆਵੀ ਹੋਵੇ ਤੇ ਚਾਹੇ ਉਹ ਕੰਮ ਪਰਮਾਰਥ ਦਾ ਹੋਵੇ। ਨਿਤਨੇਮ ਕਰਨਾ ਹੈ, ਸਿਮਰਨ ਕਰਨਾ ਹੈ, ਜੇ ਤੁਸੀਂ ਬੜੇ ਸ਼ਾਂਤ ਚਿੱਤ ਬੈਠ ਕੇ, ਇਕਾਂਤ ਵਿੱਚ ਬੈਠ ਕੇ ਕਰਦੇ ਹੋ,
ਤੇ ਮਨ ਦਾ ਟਿਕਾਅ ਵੀ ਬਣੇਗਾ, ਮਨ ਨੂੰ ਆਨੰਦ ਵੀ ਆਏਗਾ, ਮਨ ਸੁਖੀ ਵੀ ਹੋਏਗਾ। ਤੇ ਜੇ ਕੋਈ ਅਸ਼ਾਂਤੀ ਬਣੀ ਹੋਈ ਹੈ ਕਿਸੇ ਕਿਸਮ ਦੀ, ਤੇ ਤੁਸੀਂ ਜਪਜੀ ਪੜ੍ਹ ਰਹੇ ਹੋ, ਸੁਖਮਨੀ ਪੜ੍ਹ ਰਹੇ ਹੋ, ਉਹਦੇ ਵਿੱਚ ਮਨ ਭਾਈ ਬਿਲਕੁਲ ਨਹੀਂ ਲੱਗੇਗਾ। ਇਸੇ ਤਰ੍ਹਾਂ ਦੁਨਿਆਵੀ ਚੀਜ਼ਾਂ ਨੇ, ਜੇ ਅਸੀਂ ਦੁਨਿਆਵੀ ਕੋਈ ਵੀ ਧੰਦਾ ਕਰੀਏ, ਮਨ ਦੇ ਟਿਕਾਅ ਵਿੱਚ ਹੋਈਏ, ਤੇ ਅਸੀਂ ਉਸ ਕੰਮ ਨੂੰ ਬੜੇ ਚੰਗੇ ਢੰਗ ਨਾਲ ਨਿਰਵਿਘਨਤਾ ਸਹਿਤ ਸੰਪੂਰਨ ਕਰ ਲੈਂਦੇ ਹਾਂ। ਲੇਕਿਨ ਜੇ ਸਾਡਾ ਮਨ ਅਸ਼ਾਂਤ ਹੋਵੇ, ਕਿਸੇ ਕਾਰਨ ਅਸੀਂ ਭਟਕਣਾ ਵਿੱਚ ਫਸੇ ਹੋਈਏ ਤੇ ਕੰਮ ਕਰੀਏ, ਤੇ ਫਿਰ ਸਾਡੇ ਤੋਂ ਕੰਮ ਸਹੀ ਤਰੀਕੇ ਨਾਲ ਹੁੰਦਾ ਨਹੀਂ। ਅਸੀਂ ਕੰਮ ਕਰਦੇ ਕਰਦੇ ਸਗੋਂ ਕੰਮ ਵਿਗਾੜ ਬੈਠਦੇ ਹਾਂ। ਸੋ ਆਓ ਅਸੀਂ ਸਾਰੇ ਭੈਣ ਭਰਾ ਜਿੰਨੇ ਵੀ ਆਪਾਂ ਸਤ ਸੰਗਤ ਵਿੱਚ ਬੈਠਦੇ ਹਾਂ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰੀਏ, ਤਾਂ ਜੋ ਸਾਡੀ ਮਾਨਸਿਕ ਅਵਸਥਾ ਜਿਹੜੀ ਏ ਇੱਕਸਾਰ ਬਣ ਸਕੇ ਤੇ ਸਾਡਾ ਇਹ ਮਨੁੱਖਾ ਜੀਵਨ ਸਫਲ ਜੀਵਨ ਬਣ ਸਕੇ। ਇੰਨੇ ਸ਼ਬਦਾਂ ਨਾਲ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।